ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਹਾਂ ਨਵਜੋਤ ਕੌਰ। ਬੁਲੇਟਿਨ ਵਿੱਚ ਸਭ ਤੋਂ ਪਹਿਲਾਂ ਗੱਲ ਹਰਿਆਣਾ ਦੇ ਡਿਪਟੀ ਸੀਐਮ ਦੁਸ਼ਯੰਤ ਚੌਟਾਲਾ ਦੀ, ਜਿਨ੍ਹਾਂ ਦੀ ਮੁਲਾਕਾਤ ਰਾਜਨਾਥ ਸਿੰਘ ਦੇ ਨਾਲ ਹੋਈ ਹੈ। ਤਾਂ ਕਿਸਾਨ ਅੰਦੋਲਨ ਵਿਚਾਲੇ ਦੁਸ਼ਯੰਤ ਚੌਟਾਲਾ ਦਾ ਦਿੱਲੀ ਦੌਰਾ ਹੋਇਆ ਹੈ ਔਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਹਰਿਆਣਾ ਦੇ ਡਿਪਟੀ ਸੀਐਮ ਮਿਲੇ ਨੇ। ਕਿਸਾਨਾਂ ਦੇ ਮੁੱਦੇ ਤੇ ਦੋਹਾਂ ਵਿਚਾਲੇ ਗੱਲਬਾਤ ਹੋਈ। ਸੂਤਰਾਂ ਦੇ ਹਵਾਲੇ ਤੋਂ ਖਬਰ ਤੁਹਾਨੂੰ ਦਿਖਾ ਰਹੇ ਹਾਂ। ਖੇਤੀ ਕਾਨੂੰਨਾਂ ਨੂੰ ਲੈ ਕੇ ਹੋਰ ਵੀ ਮੁਲਾਕਾਤਾਂ ਕਰਨਗੇ ਦੁਸ਼ਯੰਤ। ਤਾਂ ਸੂਤਰਾਂ ਦੇ ਹਵਾਲੇ ਤੋਂ ਤੁਹਾਨੂੰ ਖਬਰ ਦਿਖਾ ਰਿਹਾ ਜਿੱਥੇ ਕਿ ਦੁਸ਼ਯੰਤ ਹੋਰ ਵੀ ਮੁਲਾਕਾਤਾਂ ਕਰ ਸਕਦੇ ਨੇ ਔਰ ਇੱਕ ਪਾਸੇ ਕਿਸਾਨੀ ਅੰਦੋਲਨ ਚੱਲ ਰਿਹਾ ਤਾਂ ਦੂਜੇ ਪਾਸੇ ਉਹਨਾਂ ਵੱਲੋਂ ਦਿੱਲੀ ਦੌਰਾ ਕੀਤਾ ਗਿਆ ਔਰ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ ਮੁਲਾਕਾਤ ਕੀਤੀ ਗਈ। ਤਾਂ ਤਸਵੀਰ ਵੀ ਤੁਸੀਂ ਵੇਖ ਸਕਦੇ ਹੋ ਜਿੱਥੇ ਇੱਕ ਪਾਸੇ ਰੱਖਿਆ ਮੰਤਰੀ ਰਾਜਨਾਥ ਸਿੰਘ ਬੈਠੇ ਨੇ ਤਾਂ ਦੂਜੇ ਪਾਸੇ ਹਰਿਆਣਾ ਦੇ ਡਿਪਟੀ ਸੀਐਮ ਦੁਸ਼ਯੰਤ ਚੌਟਾਲਾ ਬੈਠੇ ਨੇ। ਤੁਹਾਨੂੰ ਦੱਸ ਦਈਏ ਕਿ ਦੁਸ਼ਯੰਤ ਚੌਟਾਲਾ ਵੱਲੋਂ ਵਾਰ-ਵਾਰ ਇਹ ਸਟੇਟਮੈਂਟਸ ਵੀ ਆਈਆਂ ਨੇ ਕਿ ਜੇ ਕਿਸਾਨਾਂ ਦੇ ਐਮਐਸਪੀ ਨੂੰ ਕੋਈ ਵੀ ਖਤਰਾ ਹੁੰਦਾ ਹੈ, ਜੇ ਐਮਐਸਪੀ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਗੜਬੜੀ ਹੁੰਦੀ ਹੈ ਤਾਂ ਮੈਂ जो अलायंस उन्होंने बीजेपी सरकार दे नाल है वो छड़ देवांगे। यानी कि जेजेपी और बीजेपी सरकार दा अलायंस बार बार तोड़न दी गल भी उन्होंने वालों कही जा रही है। उस गल ते जेकर एमएसपी नूं किसी भी तरह का खतरा हुंदा है तो उन्होंने वालों एक गल साफ कर दी गई है कि असीं ये अलायंस नहीं रखांगे, असीं सरकार दे विच ही नहीं रहांगे। तो तुहानूं दस दी कि लगातार मुलाकातां दा दौर जारी है। एक पासे केंद्र सरकार भी हाई लैवल मीटिंग्स कर रही है, अमित शाह दे घर भी तमाम तरह दी मीटिंग्स हो रही ने और उस विचाले हरियाणा के डिप्टी सीएम दुष्यंत चौटाला ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਮਿਲੇ ਨੇ ਔਰ ਕਿਸਾਨੀ ਮੁੱਦਿਆਂ ਨੂੰ ਲੈ ਕੇ ਲਗਾਤਾਰ ਚਰਚਾਵਾਂ ਹੋਈਆਂ। ਸੂਤਰਾਂ ਦੇ ਹਵਾਲੇ ਤੋਂ ਤੁਹਾਨੂੰ ਖਬਰ ਦਿਖਾ ਰਹੇ ਹਾਂ। ਤਾਂ ਕਿਸਾਨੀ ਅੰਦੋਲਨ ਦੇ ਨਾਲ ਜੁੜੀ ਵੱਡੀ ਖਬਰ ਤੁਹਾਨੂੰ ਦੱਸ ਦਿੰਦੇ ਹਾਂ। 15 ਦਸੰਬਰ ਨੂੰ 6ਵੇਂ ਦੌਰ ਦੀ ਬੈਠਕ ਸੰਭਵ ਹੈ। ਕਿਸਾਨਾਂ ਨੂੰ ਜਲਦ ਸੱਦਾ ਭੇਜ ਸਕਦੀ ਹੈ ਕੇਂਦਰ ਸਰਕਾਰ। ਲਿਖਤੀ ਪ੍ਰਸਤਾਵ ਤੋਂ ਬਾਅਦ ਗੱਲਬਾਤ ਰੋਕ ਦਿੱਤੀ ਗਈ ਸੀ ਔਰ ਬੈਠਕ ਦਾ ਸੱਦਾ ਮਿਲੇਗਾ ਤਾਂ ਵਿਚਾਰ ਵੀ ਜ਼ਰੂਰ ਕਰਾਂਗੇ। ਕਿਸਾਨਾਂ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਹੈ। ਸਰਕਾਰ ਕਿਸਾਨਾਂ ਦੇ ਨਾਲ ਮੁੜ ਗੱਲਬਾਤ ਕਰਨ ਦੀ ਤਿਆਰੀ ਖਿੱਚ ਰਹੀ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਵੱਲੋਂ ਇਸ ਮੀਟਿੰਗ ਦੇ ਵਿੱਚ ਜਾਇਆ ਜਾਂਦਾ ਹੈ ਜਾਂ ਨਹੀਂ ਇਹ ਵੇਖਣ ਵਾਲੀ ਗੱਲ ਹੋਵੇਗੀ। ਤਾਂ ਮੰਗਲਵਾਰ ਨੂੰ ਹੋ ਸਕਦਾ ਹੈ 6ਵੇਂ ਦੌਰ ਦੀ ਮੀਟਿੰਗ ਇੱਕ ਵਾਰ ਫਿਰ ਤੋਂ ਹੋਵੇ ਜਿਸ ਦੇ ਵਿੱਚ ਇੱਕ ਰਾਉਂਡ ਟੇਬਲ ਡਾਇਲੈਕਟ ਫਿਰ ਤੋਂ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਔਰ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਵੱਲੋਂ ਵੀ ਇਹ ਗੱਲ ਸਾਫ਼ ਕਰ ਦਿੱਤੀ ਗਈ ਸੀ ਕਿ ਡਾਇਲੈਕਟ ਹੋਣਾ ਜ਼ਰੂਰੀ ਹੈ, ਆਪਸੀ ਗੱਲਬਾਤ ਹੋਣੀ ਜ਼ਰੂਰੀ ਹੈ ਔਰ ਅੰਦੋਲਨ ਦਾ ਰਾਹ ਕਿਸਾਨਾਂ ਨੂੰ ਛੱਡ ਦੇਣਾ ਚਾਹੀਦਾ ਹੈ। ਹਾਲਾਂਕਿ ਕਿਸਾਨਾਂ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਅਸੀਂ ਗੱਲਬਾਤ ਤੋਂ ਨਹੀਂ ਭੱਜ ਰਹੇ, ਜੇਕਰ ਪ੍ਰਪੋਜ਼ਲ ਸਾਡੇ ਹੱਕ ਦੇ ਹੋਣਗੇ, ਜੇਕਰ ਸਰਕਾਰ ਇਹ ਬਿੱਲ ਨੂੰ ਖਾਰਿਜ ਕਰ ਦੇਵੇਗੀ ਉਸ ਤੋਂ ਬਾਅਦ ਹੀ ਅਸੀਂ ਕਿਸੇ ਤਰ੍ਹਾਂ ਦੀ ਗੱਲਬਾਤ ਕਰਨ ਨੂੰ ਰਾਜ਼ੀ ਹਾਂ। ਜਿਹੜੀ ਉਹ ਤਾਂ ਹਮੇਸ਼ਾ ਹੀ ਤਿਆਰ ਹੈ। ਕਿਸਾਨ ਜਥੇਬੰਦੀਆਂ ਨੇ ਤਿਆਰ ਹੋਣਾ। ਮੈਨੂੰ ਜੋ ਤੁਸੀਂ ਦੱਸਿਆ ਉਸ ਮੁਤਾਬਕ ਪਤਾ ਲੱਗਿਆ ਕਿ ਬਈ ਉਹ ਗੱਲਬਾਤ ਕਰਨ ਲਈ ਤਿਆਰ ਨੇ। ਜੇ ਤਿਆਰ ਨੇ ਤਾਂ ਸਰਕਾਰ ਜ਼ਰੂਰ ਉਹਨਾਂ ਦਾ ਵੈਲਕਮ ਕਰੇਗੀ ਔਰ ਉਹਨਾਂ ਨੂੰ ਲਿਖਤੀ ਸੱਦਾ ਵੀ ਆ ਜਾਏਗਾ ਤੇ ਬੈਠ ਕੇ ਉਹ ਹੁਣ ਹੱਲ ਕਰ ਲੈਣਾ ਚਾਹੀਦਾ। ਬਚਿਆ ਕੁਛ ਨਹੀਂ ਹੈ। ਹੁਣ ਤਾਂ ਜੋ ਉਹਨਾਂ ਨੇ ਕਿਹਾ ਸੀ ਉਹ ਸਾਰਾ ਕੁਛ ਹੀ ਮੰਨ ਲਿਆ ਔਰ ਜੋ ਹੋਰ ਵੀ ਚਾਹੁੰਦੇ ਉਹਦੇ 'ਚ ਪਵਾਉਣਾ ਉਹ ਵੀ ਪਵਾ ਲੈਣ। 5 ਮੈਂਬਰ ਦੀ ਕਮੇਟੀ ਬਣਾ ਕੇ ਸਰਕਾਰ ਇਹਦੇ ਲਈ ਵੀ ਤਿਆਰ ਆ। ਤਾਂ ਮੈਨੂੰ ਨਹੀਂ ਲੱਗਦਾ ਕੋਈ ਹੁਣ ਜਿੱਦ ਵਾਲੀ ਗੱਲ ਆ। ਔਰ ਕਿਸਾਨ ਅੰਦੋਲਨ ਨੂੰ ਜਿਹੜੀ ਗਲਤ ਦਿਸ਼ਾ ਦੇਣ ਦੀ ਕੁਛ ਲੋਕ ਕੋਸ਼ਿਸ਼ ਕਰ ਰਹੇ ਉਹਨਾਂ ਦੀਆਂ ਜਥੇਬੰਦੀਆਂ ਵਿੱਚੋਂ ਤੇ ਉਹਦੇ ਤੋਂ ਉਹਨਾਂ ਨੂੰ ਬਚਾਉਣਾ ਚਾਹੀਦਾ ਕਿਉਂਕਿ ਕਿਸਾਨ ਹਿੱਤਾਂ ਦੀ ਗੱਲ ਕਰਨੀ ਚਾਹੀਦੀ ਹੈ। ਖੇਤੀ ਕਾਨੂੰਨਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਕਿਸਾਨ ਜਥੇਬੰਦੀਆਂ ਵੱਲੋਂ ਦੇਸ਼ ਭਰ ਦੇ ਵਿੱਚ ਟੋਲ ਪਲਾਜ਼ਿਆਂ ਤੇ ਪ੍ਰਦਰਸ਼ਨ ਕੀਤਾ ਗਿਆ। ਇੱਕ ਦਿਨ ਦੇ ਲਈ ਸਾਰੇ ਟੋਲ ਮੁਫਤ ਕਰਵਾਏ ਜਾ ਰਹੇ ਨੇ। ਕਰਨਾਲ ਦੇ ਬਸਤਾਲਾ ਟੋਲ ਪਲਾਜ਼ਾ ਤੇ ਦੇਰ ਰਾਤ ਪਹੁੰਚੇ ਕਿਸਾਨਾਂ ਨੇ ਟੋਲ ਪਲਾਜ਼ਾ ਟੋਲ ਫ੍ਰੀ ਕਰਵਾ ਦਿੱਤਾ। ਕਿਸਾਨਾਂ ਦੇ ਰੋਹ ਨੂੰ ਦੇਖਦਿਆਂ ਹੋਇਆ ਟੋਲ ਮੁਲਾਜ਼ਮ ਬਿਨਾਂ ਪਰਚੀ ਵਾਹਨਾਂ ਨੂੰ ਲੰਘਾ ਰਹੇ ਨੇ। ਸ਼ੰਭੂ ਬਾਰਡਰ ਦੇ ਟੋਲ ਪਲਾਜ਼ਾ ਨੂੰ ਟੈਕਸ ਮੁਕਤ ਕੀਤਾ ਗਿਆ। ਸਾਰੇ ਵਾਹਨਾਂ ਨੂੰ ਮੁਫਤ ਦੇ ਵਿੱਚ ਲੰਘਾਇਆ ਗਿਆ। ਕਿਸਾਨਾਂ ਨੇ ਕਿਹਾ ਕਿ ਉਹ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾ ਕੇ ਹੀ ਰਹਿਣਗੇ। ਕਿਸਾਨਾਂ ਨੇ ਬਹਾਦਰਗੜ੍ਹ ਦੇ ਟੋਲ ਪਲਾਜ਼ਾ ਤੋਂ ਮੁਫਤ ਦੇ ਵਿੱਚ ਗੱਡੀਆਂ ਨੂੰ ਲੰਘਾਇਆ। ਟੋਲ ਕਰਮਚਾਰੀਆਂ ਨੂੰ ਵਾਹਨਾਂ ਤੋਂ ਟੋਲ ਟੈਕਸ ਲੈਣ ਤੋਂ ਰੋਕ ਦਿੱਤਾ ਗਿਆ। ਜੰਡਿਆਲਾ ਦੇ ਵਿੱਚ ਕਿਸਾਨ ਟੋਲ ਪਲਾਜ਼ਾ ਤੇ ਧਰਨੇ ਲਗਾਤਾਰ ਕਿਸਾਨਾਂ ਵੱਲੋਂ ਜਾਰੀ ਹੈ। ਕਿਸਾਨਾਂ ਨੇ ਕਿਹਾ ਕਿ ਕਾਲੇ ਕਾਨੂੰਨ ਰੱਦ ਹੋਣ ਤੱਕ ਪ੍ਰਦਰਸ਼ਨ ਉਹਨਾਂ ਵੱਲੋਂ ਜਾਰੀ ਰਹੇਗਾ। ਰੋਪੜ ਟੋਲ ਪਲਾਜ਼ਾ ਤੇ ਕਿਸਾਨ ਕਈ ਦਿਨਾਂ ਤੋਂ ਡਟੇ ਹੋਏ ਨੇ। ਕਿਸਾਨਾਂ ਨੇ ਟੋਲ ਪਲਾਜ਼ਾ ਤੋਂ ਵਾਹਨਾਂ ਦੀ ਆਵਾਜਾਈ ਮੁਫਤ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੜ ਤੋਂ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਦੇ ਹਿੱਤ ਦੇ ਵਿੱਚ ਦੱਸਿਆ। ਉਹਨਾਂ ਕਿਹਾ ਕਿ ਖੇਤੀ ਖੇਤਰ ਦੇ ਵਿੱਚ ਨਿਵੇਸ਼ ਕਿਸਾਨਾਂ ਨੂੰ ਕਾਫੀ ਫਾਇਦਾ ਦੇਵੇਗਾ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਸਾਨ ਅੰਦੋਲਨ ਤੇ ਬੋਲਦਿਆਂ ਕਿਹਾ ਕਿ ਜੇਕਰ ਕਿਸਾਨ ਸਹੀ ਗੱਲ ਸਮਝਣਗੇ ਤਾਂ ਅੰਦੋਲਨ ਨਹੀਂ ਕਰਨਗੇ। ਉਹਨਾਂ ਵਿਰੋਧੀਆਂ ਤੇ ਵੀ ਸਵਾਲ ਖੜੇ ਕੀਤੇ ਨੇ।
ਕੇਂਦਰ ਵੱਲੋਂ 15 ਦਸੰਬਰ ਨੂੰ ਕਿਸਾਨਾਂ ਦੇ ਨਾਲ 6ਵੇਂ ਗੇੜ ਦੀ ਮੀਟਿੰਗ ਕਰਨ ਦੀ ਸੰਭਾਵਨਾ ਹੈ। ਸਰਕਾਰ ਛੇਤੀ ਹੀ ਕਿਸਾਨਾਂ ਨੂੰ ਮੀਟਿੰਗ ਦੇ ਲਈ ਸੱਦਾ ਭੇਜ ਸਕਦੀ ਹੈ। ਸਰਕਾਰ ਦੇ ਨਾਲ ਚੱਲ ਰਹੇ ਰੇੜਕੇ ਵਿਚਾਲੇ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਅਸੀਂ ਗੱਲਬਾਤ ਤੋਂ ਕਦੇ ਇਨਕਾਰ ਨਹੀਂ ਕੀਤਾ, ਗੱਲਬਾਤ ਕੇਂਦਰ ਨੇ ਤੋੜੀ ਹੈ, ਅਸੀਂ ਨਹੀਂ। ਕਿਸਾਨ ਆਗੂ ਰੁਲਦੂ ਸਿੰਘ ਨੇ ਕਿਹਾ ਕਿ ਕਿਸਾਨ ਵੀ ਕੇਂਦਰ ਦੇ ਨਾਲ ਗੱਲਬਾਤ ਦੇ ਲਈ ਤਿਆਰ ਆ ਔਰ ਜੇ ਸਰਕਾਰ ਲਿਖਤੀ ਸੱਦਾ ਭੇਜੇਗੀ ਤਾਂ ਕਿਸਾਨ ਮਿਲਣ ਜਾਣਗੇ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਫਿਲਹਾਲ ਰੇਲਾ ਰੋਕਣ ਦੀ ਕੋਈ ਯੋਜਨਾ ਨਹੀਂ ਹੈ ਤੇ ਜੇ ਕੇਂਦਰ ਤੋਂ ਗੱਲਬਾਤ ਦਾ ਨਵਾਂ ਸੱਦਾ ਮਿਲਿਆ ਤਾਂ ਵਿਚਾਰ ਕੀਤਾ ਜਾਵੇਗਾ। ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਦੇ ਵਿੱਚ ਹੋ ਰਹੀ ਕਿਸਾਨਾਂ ਦੀ ਮੌਤ ਤੇ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਤੇ ਨਿਸ਼ਾਨੇ ਸਾਧੇ ਨੇ। ਉਹਨਾਂ ਪੁੱਛਿਆ ਕਿ ਹੋਰ ਕਿੰਨੇ ਕਿਸਾਨਾਂ ਨੂੰ ਬਲੀ ਦੇਣੀ ਹੋਵੇਗੀ। ਹੁਣ ਤੱਕ 10 ਤੋਂ ਵੱਧ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਜੰਤਰ ਮੰਤਰ ਤੇ ਕਾਂਗਰਸ ਦਾ ਧਰਨਾ ਲਗਾਤਾਰ ਜਾਰੀ ਹੈ। ਪਿਛਲੇ 6 ਦਿਨ ਤੋਂ ਕਾਂਗਰਸ ਦੇ ਸਾਂਸਦ ਕਿਸਾਨਾਂ ਦੇ ਹੱਕ ਦੇ ਵਿੱਚ ਧਰਨੇ ਤੇ ਬੈਠੇ ਹੋਏ ਨੇ। ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਵੀ ਧਰਨੇ ਦੇ ਵਿੱਚ ਹਿੱਸਾ ਲਿਆ। ਕਿਸਾਨ ਅੰਦੋਲਨ ਵਿਚਾਲੇ ਹਰਿਆਣਾ ਦੇ ਡਿਪਟੀ ਸੀਐਮ ਦੁਸ਼ਯੰਤ ਚੌਟਾਲਾ ਦਿੱਲੀ ਦੌਰੇ ਤੇ ਨੇ। ਸੂਤਰਾਂ ਮੁਤਾਬਕ ਉਨ੍ਹਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ ਮੁਲਾਕਾਤ ਕੀਤੀ ਤੇ ਕਿਸਾਨੀ ਮੁੱਦਿਆਂ ਤੇ ਗੱਲਬਾਤ ਕੀਤੀ ਗਈ। ਦਿੱਲੀ ਮੋਰਚੇ ਦੇ ਵਿੱਚ ਨੌਕਰੀ ਛੱਡ ਕੇ ਪਹੁੰਚੇ ਡਾਕਟਰ ਅਸ਼ੋਕ ਸ਼ਰਮਾ ਦੀ ਛੁੱਟੀ ਮਨਜ਼ੂਰ ਹੋ ਗਈ ਹੈ। ਦੱਸ ਦੇਈਏ ਕਿ ਰਾਹੁਲ ਗਾਂਧੀ ਨੇ ਇਸ ਮਾਮਲੇ ਦੇ ਵਿੱਚ ਸਿੱਧੇ ਤੌਰ ਤੇ ਦਖਲ ਦਿੱਤਾ ਸੀ ਔਰ ਨਿਊਜ਼ 18 ਨੇ ਖਬਰ ਨੂੰ ਪ੍ਰਮੁਖਤਾ ਨਾਲ ਨਸ਼ਰ ਕੀਤਾ ਸੀ। ਪੰਜਾਬੀ ਗਾਇਕ ਗੁਰਦਾਸ ਮਾਨ ਨੇ ਦਿੱਲੀ ਮੋਰਚੇ ਤੇ ਖਾਣਾ ਬਣਾਉਂਦੀ ਬਜ਼ੁਰਗ ਮਹਿਲਾ ਦੀ ਤਸਵੀਰ ਉਹਨਾਂ ਵੱਲੋਂ ਸ਼ੇਅਰ ਕੀਤੀ ਗਈ। ਗੁਰਦਾਸ ਮਾਨ ਨੇ ਕਿਹਾ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਫੈਸਲਾ ਹੋਵੇ ਤੇ ਮਾਵਾਂ ਛੇਤੀ ਹੀ ਘਰ ਵਾਪਸੀ ਕਰਨ। ਪੰਜਾਬੀ ਕਲਾਕਾਰ ਸਿੰਘਾ ਤੇ ਸਿੱਪੀ ਗਿੱਲ ਨੇ ਸਿੰਘੂ ਬਾਰਡਰ ਪਹੁੰਚ ਕੇ ਕਿਸਾਨਾਂ ਦੀ ਹਮਾਇਤ ਕੀਤੀ। ਦੋਹਾਂ ਨੇ ਕਿਹਾ ਕਿ ਇਸ ਅੰਦੋਲਨ ਨੇ ਪੰਜਾਬ ਤੇ ਹਰਿਆਣਾ ਨੂੰ ਮੁੜ ਤੋਂ ਇੱਕ ਕਰ ਦਿੱਤਾ ਹੈ। ਖਰੜ ਤੋਂ ਕਈ ਨੌਜਵਾਨ ਸਾਈਕਲ ਤੇ ਸ਼ੰਭੂ ਬਾਰਡਰ ਰਾਹੀਂ ਹੁੰਦਿਆਂ ਹੋਇਆਂ ਦਿੱਲੀ ਰਵਾਨਾ ਹੋਏ। ਉਹਨਾਂ ਕਿਹਾ ਕਿ ਦਿੱਲੀ ਬੈਠੇ ਕਿਸਾਨਾਂ ਨੂੰ ਵੇਖ ਕੇ ਉਹਨਾਂ ਦੇ ਵੀ ਹੌਸਲੇ ਬੁਲੰਦ ਹੋਏ ਨੇ। ਸ਼ੰਭੂ ਬਾਰਡਰ ਤੇ ਇੱਕ ਸ਼ਖਸ ਵੀਲ ਚੇਅਰ ਤੇ ਕਿਸਾਨਾਂ ਨੂੰ ਸਮਰਥਨ ਦੇਣ ਦੇ ਲਈ ਦਿੱਲੀ ਜਾਂਦਾ ਨਜ਼ਰ ਆਇਆ। ਬਲਦੇਵ ਸਿੰਘ ਨਾਂ ਦਾ ਇਹ ਸ਼ਖਸ 3 ਦਿਨ ਪਹਿਲਾਂ ਜਲੰਧਰ ਤੋਂ ਚੱਲਿਆ ਹੈ। ਗੁਹਾਣਾ ਦੇ ਵਿੱਚ ਕਿਸਾਨਾਂ ਨੇ ਵੱਖਰੇ ਢੰਗ ਦੇ ਨਾਲ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ। ਡਫਲੀ ਵਜਾ ਕੇ ਕੇਂਦਰ ਸਰਕਾਰ ਖਿਲਾਫ ਰੋਸ ਜਤਾਇਆ ਗਿਆ। ਦਿੱਲੀ ਮੋਰਚੇ ਦੇ ਵਿੱਚ ਕਈ ਕਿਸਾਨ ਕੰਬਾਈਨ ਲੈ ਕੇ ਸ਼ਾਮਲ ਹੋਏ ਨੇ। ਕਿਸਾਨਾਂ ਨੇ ਕਿਹਾ ਕਿ ਖੇਤੀ ਕਾਨੂੰਨ ਰੱਦ ਹੋਣ ਤੱਕ ਉਹ ਇੱਥੇ ਹੀ ਰਹਿਣਗੇ। ਟਿਕਰੀ ਬਾਰਡਰ ਦੇ ਕਿਸਾਨਾਂ ਨੇ ਬਿਜਲੀ ਦੀ ਸਮੱਸਿਆ ਦਾ ਵੀ ਹੱਲ ਲੱਭ ਲਿਆ ਹੈ। ਕਿਸਾਨਾਂ ਨੇ ਬਿਜਲੀ ਦੇ ਲਈ ਟਰਾਲੀ ਤੇ ਹੀ ਸੋਲਰ ਪੈਨਲ ਲਗਾ ਲਿਆ ਹੈ। ਕਰਨਾਲ ਦੇ ਟੋਲ ਪਲਾਜ਼ਾ ਤੇ ਫਿਰੋਜ਼ਪੁਰ ਦੇ ਰਹਿਣ ਵਾਲੇ ਇੱਕ ਕਿਸਾਨ ਨੇ ਆਪਣਾ ਜਨਮ ਦਿਨ ਮਨਾਇਆ। ਸਾਰੇ ਕਿਸਾਨ ਭਰਾਵਾਂ ਦੇ ਨਾਲ ਮਿਲ ਕੇ ਉਸਨੇ ਕੇਕ ਕੱਟਿਆ, ਜਿਸ ਤੋਂ ਬਾਅਦ ਸਾਰੇ ਕਿਸਾਨ ਦਿੱਲੀ ਦੇ ਲਈ ਰਵਾਨਾ ਹੋ ਗਏ। ਕੰਗਨਾ ਤੇ ਦਿਲਜੀਤ ਵਿਚਾਲੇ ਮੁੜ ਤੋਂ ਟਵੀਟ ਵਾਰ ਹੋਈ। ਮੁਆਫੀ ਮੰਗਣ ਦੀ ਸਲਾਹ ਤੇ ਕੰਗਨਾ ਨੇ ਕਿਹਾ ਕਿ ਮੇਰੇ ਬਾਰੇ ਗਲਤ ਬੋਲਣ ਵਾਲੇ ਮੇਰੇ ਤੋਂ ਮੁਆਫੀ ਮੰਗਣ, ਮੈਂ ਕਿਉਂ ਮੰਗਾ। ਕੰਗਨਾ ਨੇ ਪੁੱਛਿਆ ਕਿ ਦਿਲਜੀਤ ਕਿੱਥੇ ਹੈ, ਜਿਸ ਦਾ ਦਿਲਜੀਤ ਨੇ ਆਪਣੇ ਹੀ ਅੰਦਾਜ਼ ਵਿੱਚ ਜਵਾਬ ਦਿੱਤਾ। ਬਰਨਾਲਾ ਪੁਲਿਸ ਨੇ ਕਤਲ ਮਾਮਲੇ ਦੇ ਵਿੱਚ 5 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਕੁਝ ਦਿਨ ਪਹਿਲਾਂ 20 ਸਾਲਾ ਨੌਜਵਾਨ ਦੀ ਲਾਸ਼ ਗਟਰ 'ਚੋਂ ਮਿਲੀ ਸੀ। ਹਮੀਰਪੁਰ ਪੁਲਿਸ ਨੇ 320 ਗ੍ਰਾਮ ਹੈਰੋਇਨ ਸਮੇਤ ਇਨੋਵਾ ਸਵਾਰ 2 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ। ਹੈਰੋਇਨ ਦੀ ਕੀਮਤ ਕਰੋੜਾਂ ਰੁਪਏ ਦੀ ਦੱਸੀ ਜਾ ਰਹੀ ਹੈ। ਟਾਂਡਾ ਨੇੜੇ ਪਿੰਡ ਜਲਾਲਪੁਰ ਵਿਖੇ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਇੱਕ ਸ਼ਖਸ ਤੇ ਗੋਲੀਆਂ ਚਲਾ ਦਿੱਤੀਆਂ। ਹਮਲੇ ਦੇ ਵਿੱਚ ਸਾਬਕਾ ਫੌਜੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਕਰਨਾਲ ਦੇ ਸੈਕਟਰ 7 ਦੇ ਵਿੱਚ ਲੁਟੇਰਿਆਂ ਨੇ ਬੈਂਕ ਤੋਂ ਆਏ ਨੌਜਵਾਨ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ। ਨੌਜਵਾਨ ਨੇ ਲੁਟੇਰਿਆਂ ਦਾ ਡਟ ਕੇ ਸਾਹਮਣਾ ਕੀਤਾ, ਜਿਸ ਕਾਰਨ ਲੁਟੇਰਿਆਂ ਨੂੰ ਭੱਜਣਾ ਪੈ ਗਿਆ। ਜਲੰਧਰ ਦੇ ਸੰਤਨਗਰ ਦੇ ਵਿੱਚ ਹੋਏ ਕਤਲ ਮਾਮਲੇ ਦੇ ਵਿੱਚ ਪੁਲਿਸ ਨੇ 4 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਗੁਰਦੁਆਰੇ ਦੇ ਪ੍ਰਧਾਨ ਦੇ ਪੁੱਤਰ ਦਾ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ। ਚੰਡੀਗੜ੍ਹ ਦੇ ਸੈਕਟਰ 23 ਦੇ ਵਿੱਚ ਸੁਨਿਆਰੇ ਦੀ ਦੁਕਾਨ ਦੇ ਵਿੱਚ ਲੁੱਟ ਦੀ ਕੋਸ਼ਿਸ਼ ਦੀ ਵੀਡੀਓ ਵਾਇਰਲ ਹੋਈ ਹੈ। ਕੁਝ ਦਿਨ ਪਹਿਲਾਂ ਲੁੱਟ ਦੀ ਕੋਸ਼ਿਸ਼ ਹੋਈ ਸੀ। ਪੰਜਾਬੀ ਫਿਲਮ ਅਦਾਕਾਰ ਯੁਵਰਾਜ ਸਿੰਘ ਤੇ ਵਿਵਾਦਿਤ ਬਿਆਨ ਤੇ ਹੁਣ ਕ੍ਰਿਕਟਰ ਯੁਵਰਾਜ ਸਿੰਘ ਨੇ ਪੋਸਟ ਪਾਈ ਹੈ। ਯੁਵਰਾਜ ਨੇ ਕਿਹਾ ਕਿ ਉਹ ਪਿਤਾ ਦੇ ਬਿਆਨਾਂ ਤੋਂ ਦੁਖੀ ਨੇ, ਉਹਨਾਂ ਦੀ ਨਿੱਜੀ ਸੋਚ ਨਾਲ ਉਹ ਸਹਿਮਤ ਨਹੀਂ ਨੇ। ਉਧਰ ਸੁਖਬੀਰ ਸਿੰਘ ਬਾਦਲ ਨੇ ਅਕਾਲ ਤਖਤ ਸਾਹਿਬ ਦੇ ਨੇੜੇ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿੱਚ ਅਖੰਡ ਪਾਠ ਸ਼ੁਰੂ ਕਰਵਾਏ। ਇਸ ਮੌਕੇ ਹਰਸਿਮਰਤ ਕੌਰ ਬਾਦਲ, ਸ਼੍ਰੋਮਣੀ ਕਮੇਟੀ ਪ੍ਰਧਾਨ ਜਗੀਰ ਕੌਰ ਸਮੇਤ ਕਈ ਆਗੂ ਮੌਜੂਦ ਰਹੇ। ਚੰਬਾ ਦੇ ਨੇੜਲੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਪੀਣ ਦੇ ਲਈ ਪਾਣੀ ਨਹੀਂ ਮਿਲ ਪਾ ਰਿਹਾ। ਇੱਕ ਪਿੰਡ ਦੇ ਵਿੱਚ ਤਾਂ ਪਿਛਲੇ 15 ਸਾਲ ਤੋਂ ਪਾਣੀ ਦੀ ਸਮੱਸਿਆ ਬਣੀ ਹੋਈ ਹੈ। ਮਨਾਲੀ ਦੇ ਵਿੱਚ ਤਾਜ਼ਾ ਬਰਫ਼ਬਾਰੀ ਹੋਈ, ਜਿਸ ਦੇ ਨਾਲ ਵਾਦੀਆਂ ਤੇ ਚਿੱਟੀ ਚਾਦਰ ਵਿਛ ਗਈ ਤੇ ਮੌਸਮ ਠੰਡਾ ਹੋ ਗਿਆ। ਤਾਂ ਹੁਣ ਕੁਝ ਹੋਰ ਖਬਰਾਂ ਦਾ ਰੁਖ ਕਰ ਲੈਂਦੇ ਆ। ਅੱਜ ਤੋਂ ਕਿਸਾਨਾਂ ਨੇ ਸੰਘਰਸ਼ ਤੇਜ਼ ਕਰ ਦਿੱਤਾ ਹੈ। ਦੇਸ਼ ਭਰ ਦੇ ਟੋਲ ਪਲਾਜ਼ਿਆਂ ਤੇ ਹੱਲਾ ਬੋਲਿਆ ਗਿਆ। ਹਰਿਆਣਾ ਦੇ ਵਿੱਚ ਕਈ ਟੋਲ ਪਲਾਜ਼ਾ ਫ੍ਰੀ ਕਰਵਾਏ ਗਏ ਨੇ। ਪੰਜਾਬ ਦੇ ਵਿੱਚ ਪਹਿਲਾਂ ਤੋਂ ਹੀ ਸਾਰੇ ਟੋਲ ਪਲਾਜ਼ਾ ਬੰਦ ਕੀਤੇ ਗਏ ਨੇ। ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਪਹਿਲਾਂ ਤੋਂ ਹੀ ਟੋਲ ਪਲਾਜ਼ਾ ਬੰਦ ਕੀਤੇ ਗਏ ਨੇ, ਜਿਸ ਤੋਂ ਬਾਅਦ ਸੂਬਾ ਸਰਕਾਰ ਨੂੰ ਵੀ ਇਸ ਦਾ ਈਵਨ ਨੈਸ਼ਨਲ
ਹਾਈਵੇ ਅਥਾਰਟੀ ਨੂੰ ਵੀ ਇਸ ਦਾ ਕਾਫੀ ਹਰਜ਼ਾਨਾ ਭੁਗਤਣਾ ਪੈ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਅੱਜ ਤੋਂ ਕਿਸਾਨਾਂ ਨੇ ਸੰਘਰਸ਼ ਹੋਰ ਤਿੱਖਾ ਕਰ ਦਿੱਤਾ ਗਿਆ ਹੈ ਔਰ ਦੇਸ਼ ਭਰ ਦੇ ਟੋਲ ਪਲਾਜ਼ਿਆਂ ਤੇ ਹੱਲਾ ਬੋਲਿਆ ਗਿਆ ਹੈ। ਹਰਿਆਣਾ ਦੇ ਵਿੱਚ ਵੀ ਕਈ ਟੋਲ ਪਲਾਜ਼ਾਸ ਫ੍ਰੀ ਕਰ ਦਿੱਤੇ ਗਏ ਨੇ ਔਰ ਪੰਜਾਬ ਦੇ ਵਿੱਚ ਇਸ ਤੋਂ ਪਹਿਲਾਂ ਹੀ ਸਾਰੇ ਟੋਲ ਪਲਾਜ਼ਾ ਬੰਦ ਪਏ ਨੇ। ਤੁਹਾਨੂੰ ਦੱਸ ਦਈਏ ਕਿ ਟੋਲ ਪਲਾਜ਼ਾ ਤੋਂ ਕੇਂਦਰ ਸਰਕਾਰ ਨੂੰ ਕਾਫੀ ਕੁਝ ਫਾਇਦਾ ਹੁੰਦਾ ਹੈ ਔਰ ਇਸ ਟੋਲ ਪਲਾਜ਼ਾ ਬੰਦ ਹੋਣ ਦੇ ਨਾਲ ਕਾਫੀ ਨੁਕਸਾਨ ਜਿਹੜਾ ਹੈ ਉਹ ਦੇਸ਼ ਨੂੰ ਹੁੰਦਾ ਹੈ ਤਾਂ ਨੈਸ਼ਨਲ ਹਾਈਵੇ ਅਥਾਰਟੀ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ ਔਰ ਅੱਜ ਤੋਂ ਕਿਸਾਨਾਂ ਨੇ ਆਪਣਾ ਸੰਘਰਸ਼ ਹੋਰ ਤਿੱਖਾ ਕਰਨ ਦੀ ਚੇਤਾਵਨੀ ਪਹਿਲਾਂ ਹੀ ਦੇ ਦਿੱਤੀ ਗਈ ਸੀ ਔਰ ਅੱਜ ਲਈ ਕਿਹਾ ਗਿਆ ਸੀਗਾ ਕਿ 12 ਦਸੰਬਰ ਨੂੰ ਸਾਰੇ ਪੂਰੇ ਦੇਸ਼ ਦੇ ਟੋਲ ਪਲਾਜ਼ਾਸ ਇੱਕ ਦਿਨ ਵਾਸਤੇ ਬੰਦ ਕਰ ਦਿੱਤੇ ਜਾਣਗੇ, ਜਿਸ ਦਾ ਅਸਰ ਵੀ ਹੁਣ ਦਿਖਣਾ ਸ਼ੁਰੂ ਹੋ ਗਿਆ ਹੈ। अध्यादेश को लेकर लगातार किसानों का आंदोलन जारी है और किसान लगातार दिल्ली की तरफ कूच कर रहे हैं। हालांकि आज जो है देश भर में किसान संगठनों ने ऐलान किया था कि देश के तमाम टोल प्लाजाओं को फ्री किया जाएगा और उसके बाद लगातार टोल पर साथ ही साथ बॉर्डर पर सुरक्षा बढ़ा दी गई है। फिलहाल हम हैं गुरुग्राम दिल्ली बॉर्डर पर। यहाँ एक तरफ हरियाणा पुलिस के जवानों की तैनाती की गई है, यानी गुरुग्राम पुलिस के जवान है, तो दूसरी तरफ दिल्ली पुलिस के जवानों को लगाया गया है ताकि अगर किसान आते हैं और किसी तरह से दिल्ली की तरफ कूच करते हैं तो उन्हें जो है दिल्ली की तरफ कूच ना करने दिया जाए। हालांकि 2 लेयर सुरक्षा यहाँ लगाई गई है, एक तरफ हरियाणा पुलिस तो दूसरी तरफ दिल्ली पुलिस के जवान लगाए गए हैं। और फिलहाल हम जो है बॉर्डर पर है, यहाँ आप देख सकते हो कि टोल प्लाजा भी है, लेकिन अभी तक किसी भी तरह से कोई किसान नहीं पहुंचा है और हालात पूरी तरह से सामान्य है, लेकिन एहतियात के तौर पर और यहाँ सुरक्षा तैनात की गई है ताकि किसी भी तरह की यहाँ गड़बड़ी ना हो और किसानों को किसी भी तरह से हाईवे जाम ना करने दिया जाए। साथ ही साथ दिल्ली की तरफ भी किसान कूच ना कर सके, इसको लेकर सुरक्षा के चाक चौबंद इंतजाम किए गए हैं। गुरुग्राम से कैमरामैन अशोक कुमार के साथ नीरज अंबावता, न्यूज़ 18। जिस तरह से आज किसानों ने आह्वान किया था, किसान आंदोलन लगातार जारी है और सिंघू बॉर्डर पर हजारों की संख्या में किसान डटे हुए हैं। NH 44 की तस्वीरें हमने आपको दिखाई थी कि बिल्कुल फ्री कर दिया गया है, लेकिन देश का सबसे बड़ा हाईवे कहा जाने वाला KGP KMP पर टोल फ्री नहीं किया है। फिलहाल यह सोनीपत में ही टोल पड़ता है, इससे आगे बागपत ये रास्ता पहुंचता है, लेकिन यहाँ पर टोल देने के बाद ही आगे गाड़ियों को जाने दिया जा रहा है। दूसरी तस्वीरें भी मैं आपको दिखाऊंगा कि भारी पुलिस की तैनाती भी यहाँ पर की गई है। आप देख सकते हैं कि पुलिस तैनात है ताकि कोई अप्रिय घटना यहाँ पर ना घटे। इसके चलते वहीं जो किसान हैं यहाँ अभी तक नहीं पहुंचे हैं और लगातार जो है टोल वो यहाँ पर लेने के बाद आगे जो वाहन जा रहे हैं। आप तस्वीरें देख सकते हैं कि वाहन जो लगातार हैं वो टोल देकर ही आगे जा रहे हैं। गाड़ियाँ पीछे से आपको दिखा दूं कि गाड़ियाँ आ जरूर रही हैं और यूपी की तरफ गाड़ियाँ जा रही हैं, लेकिन टोल उनसे लेने के बाद ही आगे जाने दिया जा रहा है। जिस तरह से NH 44 पर 60 से 76 लाख का अनुमान था कि वहाँ पर नुकसान होगा, लेकिन KMP KGP को फ्री नहीं किया गया है। इसकी हिदायतन पुलिस तैनाती है, किसान अभी तक यहाँ नहीं पहुँचे हैं और जो KGP KMP है उसको टोल फ्री नहीं किया गया। कहीं ना कहीं आंदोलन का असर इस टोल पर दिखाई नहीं दे रहा है। सोनीपत से नितिन तिल, न्यूज़ 18। उधर लगातार दिल्ली ਦੀਆਂ ਬਰੂਹਾਂ ਤੇ ਦਿੱਲੀ ਮੋਰਚਾ ਜਾਰੀ ਹੈ। ਦਿੱਲੀ ਧਰਨੇ ਤੇ ਪੰਜਾਬ ਦੇ ਕਿਸਾਨਾਂ ਦਾ ਧਰਨਾ ਜਾਰੀ ਹੈ। ਕੋਈ ਗੱਡੀ ਤੇ ਪਹੁੰਚ ਰਿਹਾ ਹੈ ਤੇ ਕੋਈ ਟਰੈਕਟਰ ਟਰਾਲੀ ਲੈ ਕੇ ਜਾ ਰਿਹਾ ਹੈ, ਪਰ ਹੁਣ ਇਸ ਮੋਰਚੇ ਤੇ ਕੰਬਾਈਨ ਵੀ ਪਹੁੰਚਣ ਲੱਗ ਗਈ ਹੈ। ਅੰਦੋਲਨ ਵਿੱਚ ਤੁਸੀਂ ਜੇ ਮਸ਼ੀਨਾਂ ਦੀ ਗੱਲ ਕਰੀਏ, ਮੋਟਰਸਾਈਕਲ ਹਾਰਲੇ ਡੇਵਿਡਸਨ ਤੱਕ ਦੇਖੇ, ਵੱਡੇ ਵੱਡੇ ਮਹਿੰਗੀ ਬਾਈਕਾਂ ਵੀ ਅਸੀਂ ਇੱਥੇ ਦੇਖੀਆਂ ਨੇ, ਟਰੈਕਟਰ ਟਰਾਲੀਆਂ, ਜੀਪਾਂ, ਕਾਰਾਂ, ਗੱਡੀਆਂ, ਹਰ ਚੀਜ਼ ਦੇਖੀਆਂ ਨੇ। ਹੁਣ ਅਸੀਂ ਬੈਠੇ ਹਾਂ ਕੰਬਾਈਨ ਤੇ, ਇੱਥੇ ਪਹੁੰਚ ਚੁੱਕੇ ਜੀ ਕੰਬਾਈਨ, ਸਿੰਘੂ ਬਾਰਡਰ ਤੇ ਕੰਬਾਈਨ ਹੈ। ਪਹਿਲੀ ਕੰਬਾਈਨ ਹੈ ਜਿਹੜੀ ਇਸ ਅੰਦੋਲਨ ਵਿੱਚ ਪਹੁੰਚੀ ਹੈ। ਡਿਸਟ੍ਰਿਕਟ ਅੰਬਾਲੇ ਤੋਂ ਆਏ ਨੇ ਸੰਗਤਾਂ ਔਰ ਰੌਣਕ ਬਣੀ ਹੋਈ ਹੈ ਇੱਥੇ ਕੰਬਾਈਨ ਦੇ ਉੱਪਰ ਬੈਠ ਕੇ। ਗੱਲ ਕਰਾਂਗੇ ਇਹਨਾਂ ਨਾਲ। ਮੋਰਚੇ ਤੇ ਹੁਣ ਕੰਬਾਈਨ ਆ ਗਈ ਹੈ, ਇਹਦੀ ਕਹਿ ਲਓ ਇਹਦੀ ਘਾਟ ਸੀਗੀ, ਬਾਕੀ ਇੱਥੇ ਸਭ ਕੁਝ ਅਵੇਲੇਬਲ। ਤੁਸੀਂ ਅੰਦੋਲਨ ਤਾਂ ਦੇਖ ਰਹੇ ਹੋਣੇ, ਚਾਹੇ ਸੋਸ਼ਲ ਮੀਡੀਆ ਰਾਹੀਂ, ਚੈਨਲ ਰਾਹੀਂ। ਹਾਂਜੀ, ਕੰਬਾਈਨ ਲਿਆਉਣ ਦਾ ਕੀ ਮਕਸਦ ਸੀਗਾ? ਆਪੇ ਦਿਮਾਗ 'ਚ ਆਏ ਵੀ ਅਸੀਂ ਆਪਣੀ ਮਸ਼ੀਨ ਲੈ ਕੇ ਚੱਲੀਏ? ਨਹੀਂ ਸਰ, ਪਹਿਲਾਂ ਅਸੀਂ ਟਰਾਲੀ ਤੇ ਵੀ ਆਏ ਹੋਏ ਸੀ ਤੇ ਹਲੇ 2-3 ਦਿਨ ਪਹਿਲਾਂ ਹੀ ਗਏ ਸੀ, ਤਾਂ ਫਿਰ ਉੱਥੇ ਸੋਚ ਰਹੇ ਸੀ, ਪਹਿਲਾਂ ਅਸੀਂ ਕਾਰ ਰਾਹੀਂ ਆਉਣ ਦੀ ਸੋਚ ਰਹੇ ਸੀ, ਫਿਰ ਸੋਚ ਰਹੇ ਸੀ ਵੀ ਕਾਰ ਰਾਹੀਂ ਇੰਨਾ ਵਾ ਨਹੀਂ ਹੋਣਾ, ਪ੍ਰਭਾਵ ਨਹੀਂ ਪੜਨਾ ਕੰਪਾਈਨਰ, ਕਿਉਂਕਿ ਕੰਪਾਈਨਰ ਲੈ ਕੇ ਚੱਲੀਏ। ਜਿੱਦਾਂ ਇੱਦਾਂ ਲਾ ਲਓ, ਇਹਨੇ ਵਾਟਰ ਕੈਨਰ ਖੜਾਏ ਹੋਏ ਨੇ, ਆਪਣਾ ਕੰਟੇਨਰ ਖੜਾਏ ਹੋਏ ਨੇ, ਫਿਰ ਆਪਾਂ ਵੀ ਆਪਣੇ ਸਭ ਤੋਂ ਵੱਡੀ ਚੀਜ਼ ਖੜਾਤੀ ਮੂਹਰੇ ਇਹਨਾਂ ਦੇ। ਸਮਝ ਲਓ ਜੱਟਾਂ ਦਾ ਜਹਾਜ਼ ਹੀ ਹੁੰਦਾ। ਖੇਤਾਂ 'ਚ ਫਾਰਮਿੰਗ ਦੀ ਮਸ਼ੀਨ ਹੈ, ਅਸੀਂ ਰੋਡ ਤੇ ਤਾਰੀ ਹੋਈ ਹੈ। ਸਾਡਾ ਕਿਹੜਾ ਜੀ ਕਰਦਾ ਹੈ ਵੀ ਹਾਂ ਇਹਨੂੰ ਰੋਡ ਤੇ ਤਾਰੀਏ, ਦਿੱਲੀ ਲੈ ਕੇ ਚੱਲੀਏ। ਸਾਡਾ ਵੀ ਇਹੀ ਹੈ, ਖਰਚਾ ਵੀ ਲਾ ਲਓ, ਸਾਰਾ ਕੁਝ ਲਾ ਲਓ, ਪੜਦਾ ਹੈ, ਬਰਾਨਗਤੀ ਵੀ ਹੁੰਦੀ ਹੈ। ਹੁਣ ਲਾਓ ਇਹਦੀ ਮੇਨਟੇਨੈਂਸ ਕਰਕੇ ਲਿਆਏ ਹੈ,
25 ਲੱਖ ਦੀ ਕੋਸਟ ਇਹਦੀ? ਹਾਂਜੀ 25 ਲੱਖ ਦੀ ਪਈ ਹੈ। ਇਹ ਤੁਸੀਂ ਇਸ ਕਰਕੇ ਲਿਆਓਗੇ ਜਦੋਂ ਵਾਟਰ ਕੈਨਨ ਚੱਲਿਆ ਸੀਗਾ ਵੀ ਆਪਣੇ ਕੋਲ ਵੱਡਾ ਕੋਈ ਮਸ਼ੀਨ ਹੋਣੀ ਚਾਹੀਦੀ? ਹਾਂ ਸਰ, ਕਿਉਂਕਿ ਅਸੀਂ 26 ਤਰੀਕ ਨੂੰ ਉੱਥੇ ਜਿਹੜਾ ਆਪਣਾ ਬੈਰੀਗੇਡ ਤੋੜਿਆ ਸੀ, ਉੱਥੇ ਸਾਨੂੰ ਸਭ ਤੋਂ ਵੱਡੀ ਪ੍ਰੋਬਲਮ ਇਹੀ ਆਈ ਸੀ। ਹਾਂ, ਇੱਕ ਤਾਂ ਬੈਰੀਗੇਡ ਖਿੱਚਣ ਦੀ ਪ੍ਰੋਬਲਮ ਆਈ ਸੀ, ਇੱਕ ਵਾਟਰ ਕੈਨਨ ਵਾਲੀ ਪ੍ਰੋਬਲਮ ਆਈ ਸੀ। ਹੁਣ ਇਹ ਯਾਨੀ ਕਿ ਦੋਨੋਂ ਤਿੰਨਾਂ ਚੀਜ਼ਾਂ ਦਾ ਸਭ ਤੋਂ ਵਧੀਆ ਹੱਲ ਹੈਗਾ। ਕਿੰਨੇ ਘੰਟੇ ਲੱਗੇ ਤੁਹਾਨੂੰ ਅੰਬਾਲੇ ਤੋਂ ਇੱਥੇ? ਆਪਾਂ ਨੂੰ ਲੱਗੇ 9-10 ਘੰਟੇ ਲੱਗੇ ਕੰਟੀਨਿਊ ਚੱਲਣ ਚ। ਕੰਟੀਨਿਊ ਚੱਲੇ, ਵਿੱਚ ਰੁਕੇ ਸੀ? ਨਹੀਂ ਕੰਟੀਨਿਊ ਚੱਲੇ ਆ ਸਰ। Continue ਚੱਲੇ। ਜਿਹੜੇ ਆਪਣੇ ਸਰਕਲ 'ਚ ਹਾਂ 30-40 ਕੰਪੈਨਾਂ ਉਹ ਲੈ ਕੇ ਤੁਰ ਰਹੇ ਨੇ, ਤੇ ਜਿਹੜਾ ਆਪਣਾ ਵੀ ਯਾਨੀ ਕਿ ਜਥੇਬੰਦੀਆਂ ਨਾਲ ਗੱਲਬਾਤ ਹੋਈ ਆ, ਉਹ ਕਹਿ ਰਹੇ ਨੇ ਵੀ ਹਾਂ ਪੰਜਾਬ ਹਰਿਆਣਾ ਪੰਜਾਬ ਤੋਂ 300-400 ਕੰਪੈਨਾਂ ਦਾ ਕਾਫਲਾ ਤੁਰ ਪਿਆ ਹੈ। ਇਹਦੇ ਵਿੱਚ ਆਪਾਂ 6 ਮਹੀਨੇ ਦਾ ਰਾਸ਼ਨ ਲੈ ਕੇ ਆਏ ਆ, ਬਾਕੀ ਲੰਗਰ ਟੂਟ ਵਰਤ ਰਿਹਾ ਹੈ। ਇਹ ਤੁਸੀਂ ਨਿਊਜ਼ 18 ਪੰਜਾਬ ਨੇ ਤੁਹਾਨੂੰ ਹਰ ਤਸਵੀਰ ਤੋਂ ਰੂਬਰੂ ਕਰਾਇਆ ਹੈ। ਹੁਣੇ ਤਾਂ ਅਸੀਂ ਬੈਠੇ ਨੇ ਇਸ ਕੰਬਾਈਨ ਦੇ ਉੱਪਰ ਮਸ਼ੀਨ, ਇੱਥੇ ਪਹਿਲੀ ਮਸ਼ੀਨ ਹੈ ਕੰਬਾਈਨ ਜਿਹੜੀ ਪਹੁੰਚੀ ਹੈ ਸਿੰਧੂ ਬਾਰਡਰ ਤੇ। ਬਾਕੀ ਬਾਰਡਰਾਂ ਤੇ ਵੀ ਕੰਬਾਈਨਾਂ ਜਾਣੀਆਂ ਨੇ। ਕੰਬਾਈਨ ਤੁਹਾਨੂੰ ਅਸੀਂ ਦੱਸੀ ਅੱਜ, ਔਰ ਇਹਦੇ ਖਾਣ ਪੀਣ ਦਾ ਸਮਾਨ, ਰਾਸ਼ਨ, ਸੋਨ ਜਿਹੜਾ ਇਹਦਾ ਸੋਨੇ ਦਾ ਵੀ ਹੈ ਬਿਸਤਰਾ, ਇਸੇ ਮਸ਼ੀਨ ਤੇ ਹੁਣ ਲੱਗੇਗਾ। ਵੀਡੀਓ ਜਰਨਲਿਸਟ ਵਿਨੋਦ ਦੇ ਨਾਲ ਉਮੇਸ਼ ਸ਼ਰਮਾ, ਨਿਊਜ਼ 18 ਸਿੰਘੂ ਬਾਰਡਰ, ਦਿੱਲੀ। ਤਾਂ ਦਿੱਲੀ ਦੇ ਵੱਖ-ਵੱਖ ਬਾਰਡਰਾਂ ਤੋਂ ਦਿਲਚਸਪ ਤਸਵੀਰਾਂ ਤੁਹਾਨੂੰ ਨਿਊਜ਼ 18 ਦੀ ਟੀਮ ਦਿਖਾ ਰਹੀ ਹੈ, ਜਿੱਥੇ ਕਿ ਗੋਲਗੱਪਿਆਂ ਦੇ ਲੰਗਰ ਤੋਂ ਲੈ ਕੇ ਜੁੱਤੀਆਂ ਦਾ ਵੀ ਲੰਗਰ ਲਗਾਇਆ ਜਾ ਰਿਹਾ ਹੈ। ਜੁੱਤੀਆਂ ਦੀ ਵੀ ਸੇਵਾ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਹੁਣ ਇਸ ਦੇ ਵਿੱਚ ਕੰਬਾਈਨਾਂ ਵੀ ਸ਼ਾਮਿਲ ਹੋ ਗਈਆਂ ਨੇ। ਟਿਕਰੀ ਬਾਰਡਰ ਤੇ ਕਿਸਾਨਾਂ ਨੇ ਬਿਜਲੀ ਦੀ ਸਮੱਸਿਆ ਦਾ ਵੀ ਹੁਣ ਹੱਲ ਲੱਭ ਲਿਆ ਹੈ। ਕਿਸਾਨਾਂ ਨੇ ਬਿਜਲੀ ਦੇ ਲਈ ਟਰਾਲੀ ਤੇ ਹੀ ਸੋਲਰ ਪੈਨਲ ਲਗਾ ਦਿੱਤਾ ਹੈ। ਕਿਸਾਨ ਅੰਦੋਲਨ ਲਗਾਤਾਰ ਜਾਰੀ ਹੈ ਔਰ ਭਾਰੀ ਗਿਣਤੀ ਦੇ ਵਿੱਚ ਟਰੈਕਟਰ ਪਹੁੰਚੇ ਹੋਏ ਨੇ। ਤੁਸੀਂ ਮੇਰੇ ਪਿੱਛੇ ਇੱਕ ਟਰੈਕਟਰ ਦੇਖ ਸਕਦੇ ਹੋ। ਟਰੈਕਟਰ ਦੇ ਥੱਲੇ ਲਿਖਿਆ ਹੋਇਆ ਹੈ ਕਿਸਾਨ ਮੋਰਚਾ ਸਾਡਾ ਹੱਕ ਇੱਥੇ ਰੱਖ। ਪਰ ਇਸ ਦੀ ਖਾਸੀਅਤ ਕੇਵਲ ਇਹੀ ਨਹੀਂ, ਇਹ ਟਰੈਕਟਰ ਦੇ ਸਾਹਮਣੇ ਤੁਹਾਨੂੰ ਇੱਕ ਪਲੇਟ ਨਜ਼ਰ ਆ ਰਹੀ ਹੋਏਗੀ, ਇਹ ਸੋਲਰ ਪਲਾਂਟ ਦੀ ਇੱਕ ਪਲੇਟ ਹੈਗੀ। ਇਸ ਦੇ ਜ਼ਰੀਏ ਜਿਹੜਾ ਇਹ ਟਰੈਕਟਰ ਦੇ ਪਿੱਛੇ ਟਰਾਲੀਆਂ ਲੱਗੀਆਂ, ਉਹ ਟਰਾਲੀਆਂ ਦੇ ਵਿੱਚ ਜਿਹੜੀ ਪੂਰੀ ਸਪਲਾਈ ਹੈ ਬਿਜਲੀ ਦੀ, ਉਹ ਇਸ ਦੇ ਜ਼ਰੀਏ ਕੀਤੀ ਜਾ ਰਹੀ ਹੈ। ਤੁਸੀਂ ਅੱਗੇ ਚੱਲ ਕੇ ਮੈਂ ਤੁਹਾਨੂੰ ਦਿਖਾਵਾਂਗਾ ਕਿ ਕਿਸ ਤਰ੍ਹਾਂ ਜਿਹੜੀ ਇਹ ਸੋਲਰ ਪਲੇਟ ਤੋਂ ਜਿਹੜੀ ਸਪਲਾਈ ਹੈ, ਇਸ ਤਾਰ ਦੇ ਜ਼ਰੀਏ ਜਿਹੜੀ ਟਰੈਕਟਰ ਦੇ ਉੱਤੇ ਬੈਟਰੀ ਲਗਾਈ ਗਈ ਹੈ, ਬੈਟਰੀ ਨੂੰ ਸਪਲਾਈ ਦਿੱਤੀ ਗਈ ਹੈ ਔਰ ਇਸ ਬੈਟਰੀ ਦੇ ਜ਼ਰੀਏ ਜਿਹੜੀ ਸਪਲਾਈ ਹੈ, ਉਸ ਤੋਂ ਬਾਅਦ ਇਹਨਾਂ ਹੀ ਤਾਰਾਂ ਦੇ ਜ਼ਰੀਏ ਜਿਹੜੀ ਉਹ ਪੂਰੀ ਟਰਾਲੀਆਂ, ਜਿਹੜੀਆਂ 2 ਟਰਾਲੀਆਂ ਇਸ ਦੇ ਪਿੱਛੇ ਲੱਗ ਗਈਆਂ, ਉਸ ਨੂੰ ਸਪਲਾਈ ਦਿੱਤੀ ਗਈ। ਔਰ ਸਾਫ਼ ਤੌਰ ਤੇ ਇਹਨਾਂ ਟਰਾਲੀਆਂ ਦੇ ਵਿੱਚ ਜੋ ਲਾਈਟ ਦਾ ਪ੍ਰਬੰਧ ਹੈ ਜਾਂ ਜੋ ਫੋਨ ਚਾਰਜਿੰਗ ਦਾ ਪ੍ਰਬੰਧ ਹੈ, ਉਹ ਬਕਾਇਦਾ ਤੌਰ ਤੇ ਇਸੇ ਹੀ ਸੋਲਰ ਪਲਾਂਟ ਦੇ ਨਾਲ ਕੀਤਾ ਜਾ ਰਿਹਾ। ਤੁਸੀਂ ਦੇਖ ਸਕਦੇ ਹੋ ਕਿ ਟਰਾਲੀਆਂ ਦੇ ਵਿੱਚ ਜੋ ਵੀ ਬੱਲਬ ਲਗਾਏ ਗਏ ਨੇ ਜਾਂ ਇਹਨਾਂ ਦੋਨਾਂ ਟਰਾਲੀਆਂ ਨੂੰ ਆਪਸ 'ਚ ਜੋੜਿਆ ਗਿਆ ਹੈਗਾ, ਉਹ ਸੋਲਰ ਪਲਾਂਟ ਦੇ ਜ਼ਰੀਏ ਜੋੜਿਆ ਜਾ ਰਿਹਾ। ਸੋ ਕੁਝ ਨੌਜਵਾਨ ਨੇ ਜਿਹੜੇ ਇਹਨਾਂ ਟਰਾਲੀਆਂ ਨਾਲ ਪਹੁੰਚੇ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਜਿਹੜੀ ਤੁਸੀਂ ਇਹ ਸੋਲਰ ਸਪਲਾਈ ਵਿੱਚ ਲਾਈ ਹੈ, ਕਿਸ ਤਰ੍ਹਾਂ ਆਈਡੀਆ ਹੈ ਦਿਮਾਗ 'ਚ ਕਿ ਸੋਲਰ ਪਲਾਂਟ ਦੀ ਜਿਹੜੀ ਪਲੇਟ ਉਹ ਲਗਾਈ ਜਾਵੇ ਔਰ ਸੂਰਜੀ ਊਰਜਾ ਦਾ ਜ਼ਰੀਏ ਟਰਾਲੀਆਂ ਦੇ ਵਿੱਚ ਚਾਨਣ ਕੀਤਾ ਜਾਵੇ? ਇਹ ਜੀ ਆਪਣੇ ਪਿੰਡਾਂ ਦੇ ਵਿੱਚ ਜੋ ਸੋਲਰ ਲਾਈਟਾਂ ਚੱਲਦੀਆਂ ਜੀ, ਉਸ ਨੂੰ ਦੇਖ ਕੇ ਸਾਨੂੰ ਪਤਾ ਲੱਗਿਆ ਵੀ ਜੇ ਉੱਥੇ ਮੋਰਚੇ ਦੇ ਮੋਬਾਈਲ ਚਾਰਜਿੰਗ ਦੀ ਸਭ ਤੋਂ ਵੱਡੀ ਪ੍ਰੋਬਲਮ ਆਊਗੀ, ਸਾਨੂੰ ਲਾਈਟ ਦੀ ਆਊਗੀ ਜੇ ਸਰਕਾਰ ਨੇ ਨਾ ਪ੍ਰਬੰਧ ਕਰਕੇ ਦਿੱਤਾ ਤਾਂ। ਫਿਰ ਅਸੀਂ ਆਪਦੇ ਜ਼ਰੀਏ ਪਿੰਡ 'ਚੋਂ ਪੈਸੇ ਇਕੱਠੇ ਕਰਕੇ ਜੀ ਸਾਰੇ ਕਿਸਾਨਾਂ ਨੇ ਇਹ ਸੋਲਰ ਪਲੇਟ ਲੈ ਕੇ ਆਏ ਆ ਸ਼ਹਿਰ 'ਚੋਂ ਜੀ। ਇਹ ਲਾ ਕੇ ਹੁਣ ਅਸੀਂ ਇਹਦੇ ਤੇ ਮੰਨ ਲਓ ਵੀ ਸਾਨੂੰ ਕੋਈ ਦਿੱਕਤ ਨਹੀਂ। ਕਿੰਨੇ ਕੁ ਦਿਨ ਇਹਨਾਂ ਦਾ ਬੈਕਅਪ ਨਿਕਲ ਜਾਂਦਾ? ਕਿੰਨੇ ਕੁ ਦਿਨਾਂ ਤੱਕ ਤੁਹਾਨੂੰ ਲੋਡ ਪੈਂਦੀ ਹੈ ਇਸ ਮੰਨ ਲਓ ਚਾਰਜਰ ਡਾਊਨ ਹੋਇਆ ਕਦੇ ਜਿੱਦੇ ਆਏ ਹੋ? ਨਹੀਂ ਜੀ, ਇਹਦਾ ਬੈਕਅਪ ਬਹੁਤ ਜ਼ਿਆਦਾ ਜੀ। ਜਿੰਨਾ ਚਿਰ ਮੰਨ ਲਓ ਧੁੱਪ ਰਹਿੰਦੀ ਹੈ ਇਹ ਫੁੱਲ ਚਾਰਜ ਹੋਈ ਜਾਂਦੀ ਹੈ ਜੀ। ਜਦੋਂ ਕਿਤੇ ਮੌਸਮ ਦਾ ਕਿਤੇ ਜਿਵੇਂ ਅੱਜ ਖਰਾਬ ਹੈਗਾ ਜੀ, ਉਸ ਜਰੇ ਫਿਰ ਉਦੋਂ ਕੋਈ ਅੱਧਾ ਪੌਣਾ ਘੰਟਾ ਅਸੀਂ ਟਰੈਕਟਰ ਸਟਾਰਟ ਕਰ ਲੈਂਦੇ ਹਾਂ। ਸੋ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਨੇ ਕਿਸ ਤਰ੍ਹਾਂ ਦੇ ਅਰੇਂਜਮੈਂਟ ਕੀਤੇ ਹੋਏ ਨੇ। ਔਰ ਜਿਹੜੇ ਕਿਸਾਨ ਕਹਿ ਰਹੇ ਸੀ ਕਿ ਅਸੀਂ 25 ਪੱਕੇ ਮੋਰਚੇ ਲਾ ਕੇ ਦਿੱਲੀ ਬੈਠੇ ਹੋਏ ਹਾਂ, ਪੱਕੇ ਮੋਰਚਿਆਂ ਦੀ ਤੁਹਾਨੂੰ ਤਸਵੀਰ ਇੱਥੇ ਦਿਖਾਈ ਦਿੰਦੀ ਹੈ। ਸ਼ਾਇਦ ਇਹ ਪਹਿਲਾ ਟਰੈਕਟਰ ਹੋਏਗਾ ਜਿਸ ਦੇ ਉੱਤੇ ਤੁਹਾਨੂੰ ਸੋਲਰ ਪਲਾਂਟ ਲੱਗਿਆ ਨਜ਼ਰ ਆਏਗਾ। ਕੈਮਰਾਮੈਨ ਸੁਖਜਿੰਦਰ ਦੇ ਨਾਲ ਰੋਹਿਤ ਬੰਸਲ, ਪੱਕਾ ਨਿਊਜ਼ 18 ਪੰਜਾਬ, ਟਿਕਰੀ ਬਾਰਡਰ, ਦਿੱਲੀ। ਫਿਲਹਾਲ ਵੇਲਾ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦਾ, ਅੱਗੇ ਵੀ ਖਬਰਾਂ ਦਾ ਸਿਲਸਿਲਾ ਨਿਊਜ਼ 18 ਤੇ ਲਗਾਤਾਰ ਜਾਰੀ ਹੈ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ। ਹੁਣ ਗੱਲ ਬਦਲਦੇ ਮੌਸਮ ਦੀ। ਹਿਮਾਚਲ ਦੀਆਂ ਵਾਦੀਆਂ ਬਰਫ਼ ਦੀ ਆਗੋਸ਼ ਦੇ ਵਿੱਚ ਨੇ। ਮਨਾਲੀ, ਨਾਰਕੰਡਾ ਅਤੇ ਹੋਰ ਇਲਾਕਿਆਂ ਦੇ ਵਿੱਚ ਬਰਫ਼ਬਾਰੀ ਹੋਈ। ਹਰ ਪਾਸੇ ਬਰਫ਼ ਦੀ ਚਿੱਟੀ ਚਾਦਰ ਵਿਛ ਰਹੀ ਹੈ ਔਰ ਮੌਸਮ ਲਗਾਤਾਰ ਠੰਡਾ ਹੁੰਦਾ ਜਾ ਰਿਹਾ ਹੈ। ਤਾਂ ਜਿੱਦਾਂ ਨਿਊ ਈਅਰ ਆਉਣ ਵਾਲਾ ਹੈ, ਜਿੱਦਾਂ ਕ੍ਰਿਸਮਸ ਆਉਣ ਵਾਲਾ ਹੈ, ਉਸ ਨੂੰ ਲੈ ਕੇ ਲੋਕਾਂ ਦੇ ਵਿੱਚ ਐਕਸਾਈਟਮੈਂਟ ਲੈਵਲ ਹੁੰਦਾ ਹੈ, ਉਹ ਵੀ ਵੱਧ ਜਾਂਦਾ ਹੈ ਕਿਉਂਕਿ ਲੋਕ ਸਨੋਫਾਲ ਵੇਖਣਾ ਚਾਹੁੰਦੇ ਨੇ। ਤਾਂ ਇਸ ਕਰਕੇ ਲੋਕੀ ਹਿਮਾਚਲ ਦੇ ਜਿਹੜੇ ਉੱਪਰਲੇ ਇਲਾਕੇ ਨੇ ਉਹਨਾਂ ਦਾ ਰੁਖ ਕਰਨਾ ਸ਼ੁਰੂ ਕਰ ਦਿੰਦੇ ਨੇ। ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ, ਮਨਾਲੀ ਦੀਆਂ ਤਸਵੀਰਾਂ ਨੇ ਜਿੱਥੇ ਕਿ ਬਰਫ਼ ਦੀ ਚਿੱਟੀ ਚਾਦਰ ਵਿਛਣੀ ਸ਼ੁਰੂ ਹੋ ਗਈ ਹੈ, ਜਿਸ ਨੂੰ ਲੈ ਕੇ ਹੁਣ ਲਗਾਤਾਰ ਲੋਕਾਂ ਦੇ ਵਿੱਚ ਜੋ ਐਕਸਾਈਟਮੈਂਟ ਲੈਵਲ ਹੈ ਉਹ ਵੀ ਵੱਧਦਾ ਜਾ ਰਿਹਾ ਹੈ ਕਿਉਂਕਿ ਕ੍ਰਿਸਮਸ ਲੋਕ ਜ਼ਿਆਦਾਤਰ ਹਿਮਾਚਲ ਦੇ ਜਾਂ ਫਿਰ ਜਿਹੜੇ ਹਿਲ ਸਟੇਸ਼ਨਸ ਹੁੰਦੇ, ਭਾਵੇਂ ਉੱਤਰਾਖੰਡ ਦੇ ਹੋਣ, ਹਿਮਾਚਲ ਦੇ ਹੋਣ, ਉੱਥੇ ਮਨਾਉਣਾ ਜ਼ਿਆਦਾ ਪਸੰਦ ਕਰਦੇ ਨੇ।